ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ +2 ਕਲਾਸ ਦੇ ਪੋਲੀਟੀਕਲ ਸਾਇੰਸ ਸਬਜੈਕਟ ਦੇ ਵਿੱਚ ਫਸਟ ਚੈਪਟਰ ਰਾਜਨੀਤਿਕ ਪ੍ਰਣਾਲੀ ਬਾਰੇ ਪੜ੍ਹਾਂਗੇ। ਰਾਜਨੀਤੀ ਸ਼ਾਸਤਰ ਦੇ ਵਿੱਚ ਦੋ ਧਾਰਨਾਵਾਂ ਆਈਆਂ ਸੀ, ਜਿੰਦੇ ਵਿੱਚ ਜੇ ਆਪਾਂ ਕਹਿ ਲਈਏ ਵੀ ਪਰੰਪਰਾਵਾਦੀ ਵਿਦਵਾਨ ਤੇ ਆਧੁਨਿਕ ਵਿਦਵਾਨਾਂ ਦੁਆਰਾ ਜੋ ਪੇਸ਼ ਕੀਤਾ ਗਿਆ। ਪਰੰਪਰਾਵਾਦੀ ਵਿਦਵਾਨ ਜਿਹੜੇ ਸਨ ਉਹ ਸਿਰਫ ਸੰਸਥਾਵਾਂ ਦਾ ਅਧਿਐਨ ਕਰਦੇ ਸਨ, ਜਿਵੇਂ ਰਾਜ ਦਾ ਅਧਿਐਨ ਕੀਤਾ, ਸਰਕਾਰ ਦਾ, ਵਿਧਾਨ ਪਾਲਿਕਾ ਦਾ, ਕਾਰਜਪਾਲਿਕਾ, ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਸਨ। ਪਰ ਆਧੁਨਿਕ ਵਿਦਵਾਨ ਜਿਹੜੇ ਸਨ ਉਹ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਨੂੰ ਵਰਤਦੇ ਨੇ। ਰਾਜਨੀਤਿਕ ਪ੍ਰਣਾਲੀ ਦੀ ਜਿਹੜੀ ਧਾਰਨਾ ਹੈ ਨਾ, ਅੱਜ ਦੇ ਸਮੇਂ ਦੇ ਵਿੱਚ ਉਹ ਰਾਜਨੀਤੀ ਸ਼ਾਸਤਰ ਦੀ ਕੇਂਦਰੀ ਧਾਰਨਾ ਬਣ ਚੁੱਕੀ ਹੈ। ਔਰ ਰਾਜਨੀਤਿਕ ਪ੍ਰਣਾਲੀ ਇੱਕ ਵਿਆਪਕ ਧਾਰਨਾ ਹੈ, ਜਿਸ ਵਿੱਚ ਰਸਮੀ ਅਤੇ ਗੈਰ ਰਸਮੀ ਸੰਗਠਨ ਆ ਜਾਂਦੇ ਨੇ। ਰਸਮੀ ਸੰਗਠਨ ਦੇ ਵਿੱਚ ਜਿਵੇਂ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦੇ 3 ਅੰਗਾਂ ਦੀ ਗੱਲ ਕਰਦੇ ਹਾਂ, ਅਤੇ ਗੈਰ ਰਸਮੀ ਵਿੱਚ ਰਾਜਨੀਤਿਕ ਪਾਰਟੀਆਂ ਆ ਜਾਂਦੀਆਂ ਨੇ, ਦਬਾਓ ਸਮੂਹ, ਹਿੱਤ ਸਮੂਹ ਅਤੇ ਹੋਰ ਕਈ ਤਰ੍ਹਾਂ ਦੇ ਸੰਗਠਨ ਇਸ ਦੇ ਵਿੱਚ ਸ਼ਾਮਲ ਆ ਜਾਂਦੇ। ਵਿਵਹਾਰਿਕ ਅਧਿਐਨ ਕੀਤਾ ਜਾਂਦਾ ਰਾਜਨੀਤਿਕ ਪ੍ਰਣਾਲੀ ਦੇ ਵਿੱਚ। ਵਿਵਹਾਰਿਕ ਅਧਿਐਨ, ਵਾਸਤਵਿਕਤਾ ਕੀ ਹੈ, ਅਸਲੀਅਤ ਕੀ ਹੈ, ਮਨੁੱਖ ਰਾਜਨੀਤੀ ਪ੍ਰਤੀ ਕਿਸ ਤਰ੍ਹਾਂ ਦੀ ਰੁਚੀ ਰੱਖਦਾ ਹੈ, ਉਸ ਦਾ ਨਜ਼ਰੀਆ ਕੀ ਹੈ ਰਾਜਨੀਤੀ ਪ੍ਰਤੀ, ਅਤੇ ਉਹ ਸਾਰੀਆਂ ਚੀਜ਼ਾਂ ਦਾ ਅਧਿਐਨ ਜਿਹੜਾ ਹੈ ਰਾਜਨੀਤੀ ਪ੍ਰਣਾਲੀ ਵਿੱਚ ਕੀਤਾ ਜਾਂਦਾ ਹੈ। ਇਸ ਕਰਕੇ ਇਹ ਬਹੁਤ ਵਿਸ਼ਾਲ ਧਾਰਨਾ ਹੈ। ਤਾਂ ਰਾਜਨੀਤਿਕ ਪ੍ਰਣਾਲੀ ਦੀ ਜਿਹੜੀ ਧਾਰਨਾ ਹੈ ਇਹ ਕਿਸ ਦੀ ਦੇਣ ਹੈ? ਇਹ ਬੇਟਾ ਦੇਣ ਹੈ ਵਿਵਹਾਰਵਾਦ ਕ੍ਰਾਂਤੀ ਦੀ ਦੇਣ ਹੈ। ਹੁਣ ਵਿਵਹਾਰਵਾਦ ਹੁੰਦਾ ਕੀ ਹੈ? ਵਿਵਹਾਰਵਾਦ ਕੀ ਹੁੰਦਾ ਹੈ ਵੀ ਵਿਵਹਾਰਵਾਦ ਇੱਕ ਅਜਿਹੀ ਵਿਚਾਰਧਾਰਾ ਸੀ ਜੋ ਇਹ ਦੱਸਦੀ ਹੈ ਕਿ ਹਿਊਮਨ ਨੇਚਰ ਇਨ ਪੋਲੀਟਿਕਸ, ਹਿਊਮਨ ਨੇਚਰ ਇਨ ਪੋਲੀਟੀਕਲ ਸਾਇੰਸ, ਠੀਕ ਹੈ, ਵੀ ਰਾਜਨੀਤੀ ਦੇ ਵਿੱਚ ਮਨੁੱਖੀ ਵਿਵਹਾਰ ਕਿਸ ਤਰ੍ਹਾਂ ਦਾ ਹੈ। ਅਤੇ ਵਿਗਿਆਨਿਕ ਜਿਹੜੇ ਮੈਥਡ ਦੀ ਗੱਲ ਕਰਦੀ ਹੈ, ਵਿਗਿਆਨਿਕ ਅਧਿਐਨ ਦੀ ਗੱਲ ਕਰਦੀ ਹੈ ਵਿਵਹਾਰਵਾਦ। ਅਤੇ ਇਸ ਵਿਵਹਾਰਵਾਦ ਦੀ ਜਿਹੜੀ ਸ਼ੁਰੂਆਤ ਕੀਤੀ ਸੀਗੀ, ਇਸ ਵਿਵਹਾਰਵਾਦ ਦੀ ਸ਼ੁਰੂਆਤ ਕੀਤੀ ਸੀ ਚਾਰਲਸ ਮੈਰੀਅਮ ਨੇ, ਅਤੇ ਇਸ ਨੂੰ ਜਿਹੜਾ ਪਪੂਲਰ ਬਣਾਇਆ ਸੀਗਾ ਉਹ ਡੇਵਿਡ ਈਸਟਨ ਨੇ ਪਪੂਲਰ ਬਣਾਇਆ ਸੀਗਾ। ਡੇਵਿਡ ਈਸਟਨ ਨੇ, ਠੀਕ ਹੈ ਜੀ। ਉਸ ਤੋਂ ਬਾਅਦ 2 ਵਿਦਵਾਨ ਹੋਏ ਨੇ, ਜਿਵੇਂ ਗ੍ਰਾਹਮ ਵਾਲਿਸ ਅਤੇ ਦੂਸਰਾ ਆਰਥਰ ਬੈਟਲੇ। ਗ੍ਰਾਹਮ ਵਾਲਿਸ ਜਿਹੜਾ ਉਹ UK ਦਾ ਹੈ ਅਤੇ ਆਰਥਰ ਬੈਟਲੇ USA ਦਾ। ਤਾਂ ਇਹਨਾਂ ਦੀਆਂ 2 ਬੁੱਕਸ ਨੇ ਜਿਹੜੀ ਕਿ 1908 ਦੇ ਵਿੱਚ ਦੋਨੋਂ ਪ੍ਰਕਾਸ਼ਿਤ ਹੋਈਆਂ ਸਨ। ਗ੍ਰਾਹਮ ਵਾਲਿਸ ਦੀ ਬੁੱਕ ਹੈ ਹਿਊਮਨ ਨੇਚਰ ਇਨ ਪੋਲੀਟਿਕਸ, ਅਤੇ ਦੂਸਰੀ ਦਾ ਪ੍ਰੋਸੈਸ ਆਫ ਦਾ ਗਵਰਨਮੈਂਟ। ਹਿਊਮਨ ਨੇਚਰ ਇਨ ਪੋਲੀਟਿਕਸ ਦਾ ਮਤਲਬ ਹੈ ਵੀ ਮਨੁੱਖ ਦਾ ਰਾਜਨੀਤੀ ਵਿੱਚ ਮਨੁੱਖੀ ਸੁਭਾਅ, ਰਾਜਨੀਤੀ ਵਿੱਚ ਮਨੁੱਖ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ, ਰਾਜਨੀਤੀ ਪ੍ਰਤੀ ਉਹ ਕੀ ਸੋਚਦਾ ਹੈ, ਇਹ ਗੱਲ ਇਸ ਦੇ ਵਿੱਚ ਕੀਤੀ ਗਈ ਹੈ। ਦ ਪ੍ਰੋਸੈਸ ਆਫ ਗਵਰਨਮੈਂਟ ਦੇ ਵਿੱਚ ਰਾਜਨੀਤਿਕ ਦਲਾਂ ਦੀ ਗੱਲ ਕੀਤੀ ਗਈ ਹੈ, ਦਬਾਓ ਸਮੂਹ, ਹਿੱਤ ਸਮੂਹ ਅਤੇ ਹੋਰ ਕਈ ਤਰ੍ਹਾਂ ਦੇ ਸੰਗਠਨ ਉਹਨਾਂ ਦੀ ਗੱਲ ਕੀਤੀ ਗਈ। ਇਹ ਦੋਨੋਂ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਮਨੁੱਖ ਦਾ ਵਾਸਤਵਿਕ ਸੁਭਾਅ ਹੈ ਉਹ ਰਾਜਨੀਤਿਕ ਸੰਸਥਾਵਾਂ ਦੇ ਕੰਮਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੱਲ ਇਹਨਾਂ ਨੇ ਕੀਤੀ ਹੈ ਦੋਨਾਂ ਵਿਦਵਾਨਾਂ ਨੇ। ਤਾਂ ਰਾਜਨੀਤੀ ਪ੍ਰਣਾਲੀ ਨੂੰ ਜਿਹੜਾ ਸੀਗਾ ਇਹ ਵਿਦਵਾਨਾਂ ਦਾ ਮਹੱਤਵਪੂਰਨ ਯੋਗਦਾਨ ਹੈ ਲਿਆਉਣ ਦੇ ਵਿੱਚ। ਉਸ ਤੋਂ ਬਾਅਦ ਰਾਜਨੀਤਿਕ ਪ੍ਰਣਾਲੀ ਦੀ ਜਿਹੜੀ ਧਾਰਨਾ ਇਹ ਸਭ ਤੋਂ ਪਹਿਲੀ ਵਾਰੀ ਪੇਸ਼ ਕੀਤੀ ਸੀ ਡੇਵਿਡ ਈਸਟਨ ਨੇ 1953 ਦੇ ਵਿੱਚ ਆਪਣੀ ਬੁੱਕ ਦਾ ਪੋਲੀਟੀਕਲ ਸਿਸਟਮ ਦੇ ਵਿੱਚ। ਉਹਨਾਂ ਨੇ ਰਾਜਨੀਤਿਕ ਪ੍ਰਣਾਲੀ ਜਿਹੜੀ ਧਾਰਨਾ ਦੀ ਪਹਿਲੀ ਵਾਰੀ ਪੇਸ਼ਕਸ਼ ਕੀਤੀ ਸੀ। ਅਤੇ ਰਾਜਨੀਤੀ ਪ੍ਰਣਾਲੀ ਸੰਬੰਧਿਤ ਕੁਛ ਜਿਹੜੇ ਵਿਦਵਾਨ ਨੇ H. ਲਾਸਵੈਲ, G. ਅਲਮੰਡ ਹੈ, G. B. ਪਾਵਲ ਹੈ, ਰੋਬਰਟ ਏ ਡਾਲ ਹੈ, ਇਹਨਾਂ ਦੇ ਨਾਮ ਹੀ ਯਾਦ ਰੱਖ ਲੈਣਾ। ਕਈ ਵਾਰੀ ਰਾਜਨੀਤੀ ਪ੍ਰਣਾਲੀ ਨਾਲ ਸੰਬੰਧਿਤ ਵਿਦਵਾਨਾਂ ਦੇ ਨਾਮ ਪੁੱਛ ਲਏ ਜਾਂਦੇ ਨੇ, ਅਤੇ ਉੱਪਰ ਜਿਹੜੇ 3 ਵਿਦਵਾਨ ਨੇ ਉਹਨਾਂ ਦੀਆਂ ਬੁੱਕਸ ਦੇ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ। ਆਹ ਡੇਵਿਡ ਈਸਟਨ ਦੀ ਜਿਹੜੀ ਬੁੱਕ ਹੈ ਦਾ ਪੋਲੀਟੀਕਲ ਸਿਸਟਮ, ਇਸ ਦਾ ਈਅਰ ਜ਼ਰੂਰ ਯਾਦ ਰੱਖਣਾ। 1953 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ, ਕਿਉਂਕਿ ਇਹ ਜਿਹੜਾ ਤੁਹਾਡਾ ਹੁਣ +2 ਕਲਾਸ ਦਾ ਪੇਪਰ ਹੋਇਆ ਸੀ ਪੋਲੀਟੀਕਲ ਸਾਇੰਸ ਦਾ, ਉਸ ਦੇ ਵਿੱਚ ਇਹ ਕੁਐਸਚਨ ਆਇਆ ਸੀਗਾ ਵੀ ਕਿਹੜੇ ਸਾਲ ਇਹ ਪ੍ਰਕਾਸ਼ਿਤ ਹੋਈ ਸੀਗੀ। ਉਸ ਤੋਂ ਬਾਅਦ ਹੈ ਰਾਜਨੀਤਿਕ ਪ੍ਰਣਾਲੀ ਦੇ ਆਪਾਂ ਅਰਥ ਦੀ ਗੱਲ ਕਰੀਏ ਤਾਂ 2 ਸ਼ਬਦ ਨੇ, ਰਾਜਨੀਤਿਕ ਅਤੇ ਦੂਸਰਾ ਪ੍ਰਣਾਲੀ। ਰਾਜਨੀਤਿਕ ਸ਼ਬਦ ਦਾ ਮਤਲਬ ਹੈ ਸ਼ਕਤੀ, ਸੱਤਾ, ਪਾਵਰ। ਜਿਸ ਕੋਲ ਸ਼ਕਤੀ ਹੁੰਦੀ ਹੈ ਉਸ ਕੋਲ ਹੀ ਸੱਤਾ ਹੁੰਦੀ ਹੈ, ਮਤਲਬ ਉਸ ਕੋਲ ਹੀ ਪਾਵਰ ਹੁੰਦੀ ਹੈ। ਜੇਕਰ ਕੋਈ ਵਿਅਕਤੀ ਜਾਂ ਕੋਈ ਸੰਸਥਾ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਂਦੀ ਹੈ, ਠੀਕ ਹੈ, ਉਚਤਾਪੂਰਨ ਉਸ ਸ਼ਕਤੀ ਦੀ ਵਰਤੋਂ ਦੇ ਦੁਆਰਾ। ਪ੍ਰਣਾਲੀ ਹੁੰਦਾ ਅੰਤਰ ਨਿਰਭਰਤਾ, ਯਾਨੀ
ਪ੍ਰਣਾਲੀ ਜਿਹੜੀ ਹੁੰਦੀ ਹੈ ਉਹ ਕਈ ਉਪ ਪ੍ਰਣਾਲੀਆਂ ਨਾਲ ਜੁੜੀ ਹੋਈ ਹੁੰਦੀ ਹੈ। ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਵੀ ਜੇ ਸਾਨੂੰ ਭੁੱਖ ਲੱਗੀ ਆ, ਹੁਣ ਭੁੱਖ ਸਾਡੀ ਤਾਂ ਹੀ ਮਿਟੇਗੀ ਜੇਕਰ ਅਸੀਂ ਭੋਜਨ ਖਾਵਾਂ। ਹੁਣ ਭੋਜਨ ਖਾਣ ਵਾਸਤੇ ਅਸੀਂ ਹੱਥਾਂ ਨਾਲ ਪਹਿਲਾਂ ਰੋਟੀ ਨੂੰ ਤੋੜਦੇ ਹਾਂ, ਮੂੰਹ ਵਿੱਚ ਪਾਉਂਦੇ ਹਾਂ, ਫਿਰ ਦੰਦ ਉਸ ਰੋਟੀ ਨੂੰ ਚਬਾਉਂਦੇ ਨੇ ਅਤੇ ਫਿਰ ਜਾ ਕੇ ਸਾਡੇ ਪੇਟ ਦੇ ਵਿੱਚ ਆਉਂਦੀ ਹੈ। ਜੇਕਰ ਅਸੀਂ ਰੋਟੀ ਤੋੜਾਂਗੇ ਨਹੀਂ ਹੱਥਾਂ ਨਾਲ, ਦੰਦ ਚਬਾਉਣਗੇ ਨਹੀਂ, ਤਾਂ ਇਹ ਸਾਰਾ ਪ੍ਰੋਸੈਸ ਪੂਰਾ ਨਹੀਂ ਹੋਊਗਾ। ਉਸੇ ਤਰ੍ਹਾਂ ਜੇਕਰ ਸਕੂਲ ਦੀ ਐਗਜ਼ਾਮਪਲ ਇਹ ਹੈ, ਸਕੂਲ ਦੇ ਵਿੱਚ ਜੇਕਰ ਅਧਿਆਪਕ ਹੈਗੇ ਨੇ ਪਰ ਬੱਚੇ ਨਹੀਂ ਹੈਗੇ ਤਾਂ ਉਹ ਸਕੂਲ ਨਹੀਂ ਮੰਨਿਆ ਜਾਵੇਗਾ। ਤਾਂ ਇਸ ਜਿਹੜਾ ਕੀ ਹੈ ਪ੍ਰਣਾਲੀ ਦਾ ਮਤਲਬ ਹੁੰਦਾ ਅੰਤਰ ਨਿਰਭਰਤਾ, ਮਤਲਬ ਇੱਕ ਪ੍ਰਣਾਲੀ ਦੂਸਰੀ ਪ੍ਰਣਾਲੀ ਦੇ ਨਾਲ ਜੁੜੀ ਹੀ ਹੁੰਦੀ ਹੈ। ਇੱਕ ਪ੍ਰਣਾਲੀ ਵਿੱਚ ਪਰਿਵਰਤਨ ਆਉਂਦਾ ਤਾਂ ਦੂਸਰੀ ਪ੍ਰਣਾਲੀ ਦਾ ਦੂਸਰੀ ਪ੍ਰਣਾਲੀ ਉੱਪਰ ਉਸ ਦਾ ਅਸਰ ਪੈਂਦਾ। ਕੋਲਿਨ ਚੈਰੀ ਨੇ ਇੱਕ ਡੈਫੀਨੇਸ਼ਨ ਦਿੱਤੀ ਹੈ, ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜੀ ਅਨੇਕਾਂ ਭਾਗਾਂ ਦੇ ਮਿਲਣ ਨਾਲ ਬਣਦੀ ਹੈ। ਇਹ ਡੈਫੀਨੇਸ਼ਨ ਯਾਦ ਰੱਖ ਲੈਣਾ। ਉਸ ਤੋਂ ਬਾਅਦ ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦੀ ਡੈਫੀਨੇਸ਼ਨ ਹੈ, ਰਾਬਰਟ ਏਡਾਲ ਨੇ ਦਿੱਤੀ ਸੀ। ਇਸ ਨੇ ਆਪਣੀ ਡੈਫੀਨੇਸ਼ਨ ਦੇ ਵਿੱਚ ਕਿਹਾ ਵੀ ਰਾਜਨੀਤਿਕ ਪ੍ਰਣਾਲੀ ਹੈ ਮਨੁੱਖੀ ਸੰਬੰਧਾਂ ਦਾ ਇੱਕ ਨਮੂਨਾ ਹੈ ਜਿਹਦੇ ਵਿੱਚ ਸ਼ਕਤੀ ਹੈ, ਸੱਤਾ ਅਤੇ ਸ਼ਾਸਨ ਹੈ। ਠੀਕ ਹੈ, ਸ਼ਕਤੀ, ਸ਼ਾਸਨ ਅਤੇ ਸੱਤਾ, ਇਹ ਗੱਲਾਂ ਯਾਦ ਰੱਖ ਲੈਣੀਆਂ ਕਿਉਂਕਿ ਬੇਟਾ ਡੈਫੀਨੇਸ਼ਨ ਤੁਹਾਨੂੰ ਵੈਰੀ ਸ਼ਾਰਟ ਕੁਐਸਚਨ ਵਿੱਚ ਵੀ ਆ ਸਕਦੀ ਹੈ ਵੀ ਇਹ ਡੈਫੀਨੇਸ਼ਨ ਕਿਸ ਦੀ ਲਿਖੀ ਹੋਈ, ਰਾਬਰਟ ਏਡਾਲ ਦੀ ਲਿਖੀ ਹੋਈ ਹੈ। ਤਾਂ ਇਹਦੇ ਵਿੱਚ ਤੁਸੀਂ ਜੇਕਰ ਵੈਸੇ ਵੀ ਤੁਸੀਂ ਯਾਦ ਕਰੋ ਜੋ ਲੌਂਗ ਕੁਐਸਚਨ ਲਿਖਣਾ ਤਾਂ ਇਹ ਡੈਫੀਨੇਸ਼ਨ ਜਿਹੜੀ ਹੈ ਤੁਸੀਂ ਮੀਨਿੰਗ ਤੋਂ ਬਾਅਦ ਇਹ ਡੈਫੀਨੇਸ਼ਨ ਲਿਖੋਗੇ। ਉਸ ਤੋਂ ਬਾਅਦ ਆਪਾਂ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ। ਵਿਸ਼ੇਸ਼ਤਾ ਵਿੱਚ ਪਹਿਲੀ ਵਿਸ਼ੇਸ਼ਤਾ ਉੱਚਤਾਪੂਰਨ ਜਬਰੀ ਸ਼ਕਤੀ ਦੀ ਵਰਤੋਂ, ਇਹ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ। ਰਾਜਨੀਤਿਕ ਪ੍ਰਣਾਲੀ ਦੇ ਕੋਲ ਇੱਕ ਪਾਵਰ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਜੇਕਰ ਲੋਕ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਅਤੇ ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਹੀ ਸਜ਼ਾ ਦਿੱਤੀ ਜਾਂਦੀ ਹੈ। ਜੇਕਰ ਮੰਨ ਕੇ ਚਲੋ ਕੋਈ ਵਿਅਕਤੀ ਟੈਕਸ ਨਹੀਂ ਦੇ ਰਿਹਾ ਤਾਂ ਉਸਨੂੰ ਕਾਨੂੰਨ ਦੇ ਅਨੁਸਾਰ ਸਜ਼ਾ ਮਿਲੇਗੀ। ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਉਸ ਨੂੰ ਸਜ਼ਾ ਮਿਲੇਗੀ। ਤਾਂ ਉੱਚਤਾ ਦਾ ਮਤਲਬ ਹੀ ਹੈ ਵੀ ਕਾਨੂੰਨ ਦੇ ਅਨੁਸਾਰ ਸਹੀ ਤਰੀਕੇ ਜਿਹੜੇ ਨਾਲ ਸ਼ਕਤੀ ਦੀ ਜਿਹੜੀ ਹੈ ਵਰਤੋਂ ਕਰਨੀ। ਇਹ ਰਾਜਨੀਤਿਕ ਪ੍ਰਣਾਲੀ ਦੀ ਵਿਆਪਕਤਾ ਦਾ ਮਤਲਬ ਹੁੰਦਾ ਵਿਸ਼ਾਲ। ਇਸ ਦੇ ਵਿੱਚ ਰਸਮੀ ਅਤੇ ਗੈਰ ਰਸਮੀ। ਰਸਮੀ ਦੇ ਵਿੱਚ ਆਪਾਂ ਦੱਸਿਆ ਸਰਕਾਰ ਦੇ 3 ਅੰਗ ਆਉਂਦੇ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਗੈਰ ਰਸਮੀ ਸੰਗਠਨ ਜਿਹਦੇ ਵਿੱਚ ਹਰ ਤਰ੍ਹਾਂ ਦੇ ਸੰਗਠਨ ਆ ਜਾਂਦੇ ਨੇ, ਜਿਹਦੇ ਵਿੱਚ ਹਿੱਤ ਸਮੂਹ, ਦਬਾਅ ਸਮੂਹ, ਰਾਜਨੀਤਿਕ ਪਾਰਟੀਆਂ, ਕੋਈ ਜਾਤੀ ਸਮੂਹ, ਧਰਮ ਨਾਲ ਸੰਬੰਧਿਤ ਸਮੂਹ। ਤਾਂ ਇਸ ਕਰਕੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਰਸਮੀ ਅਤੇ ਗੈਰ ਰਸਮੀ ਹਰ ਤਰ੍ਹਾਂ ਦੇ ਸੰਗਠਨ ਹੁੰਦੇ, ਇਸ ਕਰਕੇ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੈ। ਉਸ ਤੋਂ ਬਾਅਦ ਹੈ ਮਨੁੱਖੀ ਸੰਬੰਧ। ਕੋਈ ਵੀ ਰਾਜਨੀਤਿਕ ਪ੍ਰਣਾਲੀ ਹੈ ਉਸ ਦੇ ਲਈ ਮਨੁੱਖੀ ਸੰਬੰਧਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਸ ਦੇ ਵਿੱਚ ਸਾਰੇ ਮਨੁੱਖੀ ਸੰਬੰਧਾਂ ਨੂੰ ਨਹੀਂ ਲਿਆ ਜਾਂਦਾ, ਸਿਰਫ ਉਹੀ ਸੰਬੰਧ ਲਏ ਜਾਂਦੇ ਨੇ ਜਿਹੜੇ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਨੇ, ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਨੂੰ ਪ੍ਰਭਾਵਿਤ ਕਰਦੇ ਨੇ, ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਜਿਹੜਾ ਆਪਣੇ ਕੋਲ 4 ਨੰਬਰ ਪੁਆਇੰਟ ਹੈ, ਉਸ ਦੇ ਵਿੱਚ ਉਪ ਪ੍ਰਣਾਲੀਆਂ ਅਤੇ ਉਹਨਾਂ ਦੀ ਅੰਤਰ ਨਿਰਭਰਤਾ। ਮਤਲਬ ਕੀ ਹੈ ਵੀ ਜੇਕਰ ਇੱਕ ਉਪ ਪ੍ਰਣਾਲੀ ਦੇ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਦੂਸਰੀਆਂ ਪ੍ਰਣਾਲੀਆਂ 'ਤੇ ਅਸਰ ਪੈਣਾ ਸੁਭਾਵਿਕ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਆਪਾਂ ਵਿਧਾਨਪਾਲਿਕਾ ਦੇ ਵਿੱਚ ਯੋਗ ਉਮੀਦਵਾਰ ਚੁਣ ਕੇ ਭੇਜਾਂਗੇ ਤਾਂ ਕਾਰਜਪਾਲਿਕਾ ਵੀ ਜ਼ਿੰਮੇਵਾਰ ਬਣੇਗੀ, ਯੋਗ ਬਣੇਗੀ। ਜੇਕਰ ਅਸੀਂ ਵਿਧਾਨਪਾਲਿਕਾ ਵਿੱਚ ਇਮਾਨਦਾਰ ਵਿਅਕਤੀ ਭੇਜਾਂਗੇ ਤਾਂ ਕਾਰਜਪਾਲਿਕਾ ਵੀ ਇਮਾਨਦਾਰ ਬਣੇਗੀ, ਜ਼ਿੰਮੇਵਾਰ ਬਣੇਗੀ। ਅਤੇ ਇਸ ਦਾ ਮਤਲਬ ਕੀ ਹੈ, ਜੇ ਵਿਧਾਨਪਾਲਿਕਾ ਵਿੱਚ ਚੇਂਜ ਆਉਂਦਾ ਤਾਂ ਕਾਰਜਪਾਲਿਕਾ ਵਿੱਚ ਵੀ ਚੇਂਜ ਆਉਂਦਾ। ਤਾਂ ਇਹ ਵਿਧਾਨਪਾਲਿਕਾ, ਕਾਰਜਪਾਲਿਕਾ ਜਿਹੜੀਆਂ ਰਾਜਨੀਤਿਕ ਪ੍ਰਣਾਲੀ ਦੀਆਂ ਸਮਝ ਲਓ ਵੀ ਇਹ ਪ੍ਰਣਾਲੀਆਂ ਨੇ। ਠੀਕ ਹੈ ਨਾ। ਨੈਕਸਟ ਪੁਆਇੰਟ ਦੇਖੋ। ਉਸ ਤੋਂ ਬਾਅਦ ਹੈ ਸੀਮਾਵਾਂ ਦੀ ਹੋਂਦ। ਹੁਣ ਰਾਜਨੀਤਿਕ ਜਿਹੜੀ ਪ੍ਰਣਾਲੀ ਹੈ ਉਸ ਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ ਵੀ ਇਸ ਦਾ ਏਰੀਆ ਇੰਨਾ ਹੈ, ਇਸ ਦੇ ਖੇਤਰਫਲ ਇੰਨਾ ਨਾ। ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਇਸ ਦੀਆਂ ਸੀਮਾਵਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ। ਅਨੁਕੂਲਤਾ ਦਾ ਗੁਣ ਵੀ ਇਸ ਦੇ ਵਿੱਚ ਹੁੰਦਾ। ਸਮੇਂ ਅਤੇ ਹਾਲਾਤਾਂ ਦੇ ਅਨੁਸਾਰ ਇਹ ਆਪਣੇ ਆਪ ਨੂੰ ਢਾਲ ਲੈਂਦੀ ਹੈ। ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਸੰਕਟ ਕਾਲ ਦੇ ਸਮੇਂ ਜਿਹੜਾ ਸਾਡੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਬਦਲ ਜਾਂਦਾ ਹੈ, ਸ਼ਾਂਤੀ ਦੇ ਸਮੇਂ ਸਰੂਪ ਬਦਲ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਰਾਜਨੀਤਿਕ ਪ੍ਰਣਾਲੀ ਦੀ ਸਰਵਵਿਆਪਕਤਾ। ਇਹ ਪੁਆਇੰਟ ਹੈ ਰਾਜਨੀਤਿਕ ਪ੍ਰਣਾਲੀ ਦੀ ਸਰਵਵਿਆਪਕਤਾ। ਮਤਲਬ ਕਹਿਣ ਦਾ ਭਾਵ ਵੀ ਹਰ ਸਮਾਜ ਵਿੱਚ ਰਾਜਨੀਤਿਕ ਪ੍ਰਣਾਲੀ ਪਾਈ ਜਾਂਦੀ ਹੈ। ਉਹ ਸਮਾਜ ਭਾਵੇਂ ਕਿੰਨਾ ਵੀ ਕਿਉਂ ਨਾ ਪਿਛੜਿਆ ਹੋਵੇ, ਕਿਉਂਕਿ ਰਾਜਨੀਤਿਕ ਪ੍ਰਣਾਲੀ ਤੋਂ ਬਿਨਾਂ ਇੱਕ ਸਮਾਜ ਦੀ ਆਪਾਂ ਕਲਪਨਾ ਨਹੀਂ ਕਰ ਸਕਦੇ। ਇਸ ਕਰਕੇ ਰਾਜਨੀਤਿਕ ਪ੍ਰਣਾਲੀ ਹੈ ਸਾਰੇ ਹੀ ਸਮਾਜਾਂ ਵਿੱਚ ਪਾਈ ਜਾਂਦੀ ਹੈ। ਇਸ ਦੀ ਵਿਸ਼ੇਸ਼ਤਾ ਹੈ ਰਾਜਨੀਤਿਕ ਕੰਮਾਂ ਦੀ ਸਰਵਵਿਆਪਕਤਾ। ਹੁਣ ਕੀ ਹੈ ਵੀ ਰਾਜਨੀਤਿਕ ਪ੍ਰਣਾਲੀ ਭਾਵੇਂ ਜਿਹੋ ਜਿਹੀ ਮਰਜ਼ੀ ਹੋਵੇ, ਉਸ ਨੂੰ ਨਿਵੇਸ਼ ਅਤੇ ਨਿਕਾਸ ਕੰਮ ਕਰਨੇ ਹੀ ਪੈਂਦੇ ਨੇ। ਉਹ ਨਿਵੇਸ਼ ਅਤੇ ਨਿਕਾਸ ਕੰਮ ਕਿਹੜੇ ਨੇ? ਜਿਹੜੇ ਅਲਮੰਡ ਨੇ ਦੱਸੇ ਨੇ ਉਹ ਹੀ ਨਿਵੇਸ਼ ਅਤੇ ਨਿਕਾਸ ਕੰਮ ਨੇ, ਜਿਹਦੇ ਵਿੱਚ ਨਿਵੇਸ਼ ਕਾਰਜ ਹੈਗੇ ਨੇ ਰਾਜਨੀਤਿਕ ਸਮਾਜੀਕਰਨ, ਹਿੱਤ ਸਮੂਹੀਕਰਨ, ਹਿੱਤ ਸਪਸ਼ਟੀਕਰਨ, ਰਾਜਨੀਤਿਕ ਸੰਚਾਰ।
ਇਹ ਨਿਵੇਸ਼ ਕਾਰਜ ਨੇ। ਵੈਰੀ ਸ਼ਾਰਟ ਕੁਐਸਚਨ ਵਿੱਚ ਆ ਜਾਂਦਾ ਬੇਟਾ। ਆਬਜੈਕਟਿਵ ਟਾਈਪ ਦੇ ਵਿੱਚ ਮੰਨ ਲਓ 3 ਇਹਦੇ ਵਿੱਚੋਂ 3 ਮਤਲਬ ਕਾਰਜ ਲਿਖ ਕੇ ਇੱਕ ਕਾਰਜ ਜਿਹੜਾ ਨਿਕਾਸ ਕਾਰਜ ਪਾ ਦਿੱਤਾ ਤੇ ਉਹਦੇ ਵਿੱਚੋਂ ਤੁਹਾਨੂੰ ਪਛਾਣਨ ਲਈ ਕਹਿਣਗੇ ਵੀ ਕਿਹੜਾ ਨਿਵੇਸ਼ ਕਾਰਜ ਨਹੀਂ ਹੈਗਾ ਜਾਂ ਹੈਗਾ, ਤਾਂ ਉਹ ਤਰੀਕੇ ਨਾਲ ਜਿਹੜਾ ਤੁਹਾਨੂੰ ਵੈਰੀ ਸ਼ਾਰਟ ਕੁਐਸਚਨ ਆ ਸਕਦਾ। ਜਾਂ ਕੋਈ 2 ਨਿਵੇਸ਼ ਕਾਰਜ ਲਿਖੋ, 4 ਨਿਵੇਸ਼ ਕਾਰਜ ਲਿਖੋ, ਇਸ ਤਰ੍ਹਾਂ। ਨਿਕਾਸ ਕਾਰਜ ਵਿੱਚ ਨਿਯਮ ਬਣਾਉਣਾ, ਨਿਯਮਾਂ ਨੂੰ ਲਾਗੂ ਕਰਨਾ, ਨਿਯਮਾਂ ਦੇ ਅਨੁਸਾਰ ਫੈਸਲੇ ਕਰਨ ਦਾ ਕੰਮ, ਠੀਕ ਹੈ। ਇਹ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਤੇ ਨਿਕਾਸ ਕਾਰਜ ਹਰ ਜਿਹੜੀ ਰਾਜਨੀਤਿਕ ਪ੍ਰਣਾਲੀ ਉਹਨੂੰ ਕਰਨੇ ਪੈਂਦੇ। ਹੁਣ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਹੈ, ਰਾਜਨੀਤਿਕ ਪ੍ਰਣਾਲੀ ਜਿਸ ਵਾਤਾਵਰਨ ਵਿੱਚ ਕੰਮ ਕਰਦੀ ਹੈ, ਜਿਸ ਵੀ ਵਾਤਾਵਰਨ ਦੇ ਵਿੱਚ ਕੰਮ ਕਰਦੀ ਉਸ ਦਾ ਪ੍ਰਭਾਵ ਉਸ 'ਤੇ ਪੈਂਦਾ। ਉਹ ਵਾਤਾਵਰਨ 2 ਤਰ੍ਹਾਂ ਦਾ ਦੱਸਿਆ ਡੇਵਿਡ ਈਸਟਨ ਨੇ, ਸਮਾਜ ਦਾ ਅੰਦਰਲਾ ਵਾਤਾਵਰਨ, ਸਮਾਜ ਦਾ ਬਾਹਰਲਾ। ਸਮਾਜ ਦਾ ਜਿਹੜਾ ਅੰਦਰਲਾ ਵਾਤਾਵਰਨ ਹੈ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਜੀਵਨ ਹੈ, ਠੀਕ ਹੈ। ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਰਾਜਨੀਤੀ ਨੂੰ ਪ੍ਰਭਾਵਿਤ ਕਰਦੀਆਂ, ਰਾਜਨੀਤੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਨੇ। ਅਤੇ ਅੰਤਰਰਾਸ਼ਟਰੀ ਜਿਹੜੇ ਸੰਗਠਨ ਨੇ, ਅੰਤਰਰਾਸ਼ਟਰੀ ਕਾਨੂੰਨ ਨੇ, ਰਾਜਨੀਤੀ, ਅਤੇ ਇਹ ਸਮਾਜ ਦਾ ਬਾਹਰਲਾ ਵਾਤਾਵਰਨ ਹੈ। ਸਮਾਜ ਦਾ ਅੰਦਰਲਾ ਅਤੇ ਬਾਹਰਲਾ ਵਾਤਾਵਰਨ ਇਹ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਤਾਂ ਦੇ ਅਨੁਸਾਰ ਹੀ ਰਾਜਨੀਤਿਕ ਪ੍ਰਣਾਲੀ ਨੂੰ ਫਿਰ ਕੰਮ ਕਰਨੇ ਪੈਂਦੇ ਨੇ। ਜਿਸ ਤਰ੍ਹਾਂ ਦੇ ਅੰਤਰਰਾਸ਼ਟਰੀ ਕਾਨੂੰਨ ਨੇ ਜਾਂ ਅੰਤਰਰਾਸ਼ਟਰੀ ਸੰਗਠਨ ਨੇ, ਅੰਤਰਰਾਸ਼ਟਰੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਫਿਰ ਜਿਹੜਾ ਉਸ ਹਿਸਾਬ ਨਾਲ ਜਿਹੜਾ ਰਾਜਨੀਤਿਕ ਪ੍ਰਣਾਲੀ ਨੂੰ ਕੰਮ ਕਰਨੇ ਪੈਂਦੇ ਹਨ। ਤਾਂ ਬੇਟਾ ਇਹ ਆਪਣੇ ਕੋਲ ਸਨ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਲਾਸਟ 'ਤੇ ਜਦੋਂ ਤੁਸੀਂ ਲੌਂਗ ਕੁਐਸਚਨ ਲਿਖਣਾ ਬੇਟਾ ਤਾਂ ਇਸ ਦੇ ਵਿੱਚ ਸਿੱਟਾ ਜ਼ਰੂਰ ਲਿਖਣਾ। ਅਤੇ ਇੱਕ ਹੋਰ ਗੱਲ ਹੈ, ਤੁਸੀਂ ਕੋਈ ਨਾ ਕੋਈ ਡਾਇਗਰਾਮ ਬਣਾ ਕੇ, ਜਿੱਥੋਂ ਵੀ ਇਹ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾਵਾਂ ਸਟਾਰਟ ਕੀਤੀ, ਆਪਾਂ ਪੁਆਇੰਟ ਲਿਖਣੇ ਸ਼ੁਰੂ ਕੀਤੇ ਨੇ, ਉੱਥੇ ਸਟਾਰਟਿੰਗ 'ਤੇ ਆਪਾਂ ਡਾਇਗਰਾਮ ਬਣਾ ਸਕਦੇ ਹਾਂ। ਦੇਖੋ ਮੈਂ ਤੁਹਾਡੇ ਤੋਂ ਥੱਲੇ ਡਾਇਗਰਾਮ ਬਣਾਈ ਹੈ। ਇਸ ਤਰੀਕੇ ਦੇ ਨਾਲ ਜਿਹੜਾ ਕੀ ਹੈ ਆਪਾਂ ਡਾਇਗਰਾਮ ਬਣਾ ਸਕਦੇ ਹਾਂ, ਠੀਕ ਹੈ। 5 ਨੰਬਰ ਦਾ ਕੁਐਸਚਨ ਹੋਵੇਗਾ ਤਾਂ ਕੋਸ਼ਿਸ਼ ਕਰੋ 7-8 ਪੁਆਇੰਟ ਤੁਹਾਡੇ ਲਿਖੇ ਹੋਣ ਤਾਂ ਕਿ ਨੰਬਰ ਕੱਟਣ ਦਾ ਕੋਈ ਚਾਂਸ ਨਾ ਬਣੇ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਤੁਸੀਂ ਵੈਰੀ ਸ਼ਾਰਟ ਕੁਐਸਚਨ ਵੀ ਧਿਆਨ ਵਿੱਚ ਰੱਖਣੇ ਨੇ। ਵੈਰੀ ਸ਼ਾਰਟ ਕੁਐਸਚਨ ਦੇ ਵਿੱਚ ਕੀ ਹੈਗਾ ਵੀ ਆਪਣੇ ਕੋਲ 1 ਮਿੰਟ ਲਾਵਾਂਗੇ ਸਿਰਫ, ਆਪਾਂ ਰਿਵੀਜ਼ਨ ਕਰਾਂਗੇ। ਸਟਾਰਟਿੰਗ 'ਤੇ ਕੀ ਆਇਆ ਸੀਗਾ ਆਪਣੇ ਕੋਲ, ਗ੍ਰਾਮ ਵਾਲਿਸ ਦੀ ਬੁੱਕ ਸੀ ਹਿਊਮਨ ਨੇਚਰ ਇਨ ਦਾ ਪੋਲਿਟਿਕਸ। ਗ੍ਰਾਮ ਵਾਲਿਸ ਦੀ ਬੁੱਕ। ਆਰਥਰ ਬੈਟਲੇ ਦੀ ਬੁੱਕ ਦਾ ਪ੍ਰੋਸੈਸ ਆਫ ਦਾ ਗੌਰਮੈਂਟ, ਠੀਕ ਹੈ ਜੀ। ਡੇਵਿਡ ਈਸਟਨ ਦੀ ਬੁੱਕ ਹੈ ਦਾ ਪੋਲੀਟੀਕਲ ਸਿਸਟਮ, ਜਿਹੜੀ 1953 ਵਿੱਚ ਲਿਖੀ ਗਈ ਸੀਗੀ। ਡੇਵਿਡ ਈਸਟਨ ਨੇ ਜਿਹੜਾ ਸੀਗਾ ਆਪਾਂ ਹੁਣੇ ਪੜ੍ਹਿਆ ਵੀ ਰਾਜਨੀਤੀ ਪ੍ਰਣਾਲੀ ਦਾ ਅੰਦਰੂਨੀ ਅਤੇ ਬਾਹਰਲਾ 2 ਤਰ੍ਹਾਂ ਦੇ ਵਾਤਾਵਰਨ ਦੀ ਗੱਲ ਕੀਤੀ ਹੈ। ਸਮਾਜ ਦਾ ਅੰਦਰਲਾ ਵਾਤਾਵਰਨ ਅਤੇ ਬਾਹਰਲਾ ਵਾਤਾਵਰਨ ਨੇ ਆਪਾਂ ਹੁਣੇ ਪੜ੍ਹਿਆ ਸੀਗਾ। ਉਸ ਤੋਂ ਬਾਅਦ ਹੈ ਰਾਜਨੀਤਿਕ ਸ਼ਬਦ ਦਾ ਮਤਲਬ ਹੁੰਦਾ ਸ਼ਕਤੀ, ਸੱਤਾ, ਪਾਵਰ, ਅਤੇ ਪ੍ਰਣਾਲੀ ਦਾ ਅਰਥ ਹੁੰਦਾ ਅੰਤਰ ਨਿਰਭਰਤਾ ਵੀ, ਠੀਕ ਹੈ। ਜਿਹੜੀ ਪ੍ਰਣਾਲੀ ਹੈ ਇੱਕ ਤਰ੍ਹਾਂ ਦਾ ਪੂਰਾ ਸਿਸਟਮ ਹੁੰਦਾ, ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਅਨੇਕਾਂ ਉਪ ਪ੍ਰਣਾਲੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੇ 'ਤੇ ਨਿਰਭਰ ਕਰਦੀਆਂ ਨੇ, ਇਸ ਕਰਕੇ ਇਸ ਨੂੰ ਅੰਤਰ ਨਿਰਭਰਤਾ ਕਹਿ ਸਕਦੇ ਹਾਂ, ਜਿਵੇਂ ਆਪਾਂ ਭੁੱਖ ਅਤੇ ਸਕੂਲ ਦੀ ਐਗਜ਼ਾਮਪਲ ਦਿੱਤੀ ਹੈ, ਠੀਕ ਹੈ ਬੇਟਾ। ਉਸ ਤੋਂ ਇਲਾਵਾ ਜਿਹੜਾ ਨਿਵੇਸ਼ ਅਤੇ ਨਿਕਾਸ ਕੰਮ ਵੀ ਆਏ ਅਲਮੰਡ ਨੇ ਕਿਹਾ। ਨਿਵੇਸ਼ ਕੰਮਾਂ ਦੇ ਨਾਮ ਯਾਦ ਰੱਖ ਲੈਣੇ ਨੇ। ਨਿਵੇਸ਼ ਕੰਮ ਜਿਵੇਂ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ, ਹਿੱਤ ਸਮੂਹੀਕਰਨ, ਹਿੱਤ ਸਪਸ਼ਟੀਕਰਨ, ਠੀਕ ਹੈ, ਅਤੇ ਰਾਜਨੀਤਿਕ ਸੰਚਾਰ, ਇਹ ਨਿਵੇਸ਼ ਕੰਮ ਨੇ। ਤਾਂ ਇਹਨਾਂ ਸਾਰੇ ਕੰਮਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਲੈਣਾ। ਜੇ ਤੁਸੀਂ ਜਿੰਨਾ ਵੀ ਮੈਂ ਇਹਨੂੰ ਧਿਆਨ ਨਾਲ ਜੇ ਇੱਕ ਵਾਰੀ ਪਹਿਲੀ ਵਾਰੀ ਸਮਝਣਾ, ਦੂਸਰੀ ਵਾਰੀ ਤੁਸੀਂ ਵੀਡੀਓ ਜਿਹੜੀ ਸੁਣ ਲਓ, ਤੁਹਾਨੂੰ ਪੂਰਾ ਯਾਦ ਹੋ ਜਾਵੇਗਾ ਬੇਟਾ ਜੋ ਤੁਹਾਨੂੰ ਮੈਂ ਕਲਾਸ ਦੇ ਵਿੱਚ ਵੀ ਕਰਵਾਇਆ। ਅਤੇ ਹੁਣ ਉਹੀ ਮੈਂ ਵੀਡੀਓ ਬਣਾਈ ਹੈ ਤਾਂ ਤੁਸੀਂ ਇਸ ਨੂੰ ਧਿਆਨ ਨਾਲ ਕਰ ਲੈਣਾ। ਓਕੇ।